सरदार प्रगट सिंह जी जिहड़ी घटना यूपी के अंदर तुसीं सुन लई है ਉਹਦੇ ਤੇ ਕੀ ਪ੍ਰਤੀਕਰਮ ਹੈ ਤੁਹਾਡਾ? बिल्कुल जी, सब तो ਪਹਿਲਾਂ बड़ी दुख भरी खबर ਜਦੋਂ ਸੁਣਨ ਨੂੰ ਮਿਲੀ ਬੜਾ ਦੁੱਖ ਲੱਗਾ, ਕਿਉਂਕਿ ਸਾਡੇ ਭਾਈ ਜਿਹੜੇ ਆ ਕਿਸਾਨ ਜਗਤ ਵਾਸਤੇ ਮੈਂ ਸਮਝਣਾ ਕਾਲਾ ਦਿਨ ਅੱਜ ਗਿਣਿਆ ਜਾਵੇਗਾ, ਕਿਉਂਕਿ ਜਿਹੜੀਆਂ ਖਦਸ਼ੇ ਸਾਨੂੰ ਪਹਿਲਾਂ ਸੀ ਉਹ ਅੱਜ ਸੱਚ ਸਾਬਤ ਹੋ ਰਹੇ, ਕਿਉਂਕਿ ਜਦੋਂ ਅਸੀਂ ਮੁਜ਼ੱਫਰਗੜ੍ਹ ਦੀ ਰੈਲੀ ਕੀਤੀ ਆ ਔਰ ਯੂਪੀ ਦਾ ਮੁੱਖ ਮੰਤਰੀ ਇੱਕ ਪੋਸਟਰ ਬਣਾਉਂਦਾ ਔਰ ਉਹਦੇ ਤੇ ਸਿੱਧੀਆਂ ਧਮਕੀਆਂ ਜਿਹੜੀਆਂ ਦਿੱਤੀਆਂ ਸੀ ਸਾਨੂੰ, ਉਹ ਅੱਜ ਜੱਗ ਜ਼ਾਹਰ ਹੋ ਗਿਆ, ਕਿਉਂਕਿ ਵੱਡਾ ਨੁਕਸਾਨ ਸਾਡਾ ਅੱਜ ਇਹਨਾਂ ਨੇ ਕੀਤਾ, ਕਿਉਂਕਿ ਅਸੀਂ ਹਿੰਦੁਸਤਾਨ ਦੇ ਵਾਸੀ ਹਾਂ। ਡੈਮੋਕ੍ਰੇਸੀ ਦੇ ਵਿੱਚ ਰਹਿ ਕੇ ਅਸੀਂ ਹਰ ਆਦਮੀ ਨੂੰ ਅਧਿਕਾਰ ਹੈ ਕਿਸੇ ਦਾ ਵਿਰੋਧ ਕਰਨ ਦਾ। ਜੇ ਅੱਜ ਉਹਨਾਂ ਦਾ ਉਪ ਮੁੱਖ ਮੰਤਰੀ ਨੇ ਹੈਲੀਕਾਪਟਰ ਤੇ ਉਤਰਨਾ ਸੀ, ਕਿਸਾਨਾਂ ਨੇ ਵਿਰੋਧ ਦਰਜ ਕੀਤਾ, ਇਹਦਾ ਮਤਲਬ ਇਹ ਥੋੜਾ ਵੀ ਉੱਥੋਂ ਦਾ ਇੱਕ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਜਿਹਦਾ ਲੜਕਾ ਸੀ ਨਾਲ ਔਰ ਉਹਦਾ ਭਰਾ ਸੀ ਔਰ ਸਾਰਾ ਪਰਿਵਾਰ ਸੀ ਔਰ 3 ਗੱਡੀਆਂ ਤੇ ਹਥਿਆਰਬੰਦ ਗੁੰਡਿਆਂ ਨੂੰ ਨਾਲ ਲੈ ਕੇ ਜਦੋਂ ਕਿਸਾਨ ਵਿਰੋਧ ਕਰ ਰਹੇ ਸੀ ਉਹਨਾਂ ਤੇ ਸ਼ਰੇਆਮ ਉੱਤੋਂ ਦੀ ਰੀਂਗਦੇ ਹੋਏ ਉੱਤੋਂ ਦੀ ਗੱਡੀਆਂ ਕੱਢੀਆਂ ਔਰ ਅਨਕੰਟਰੋਲ ਹੋ ਕੇ ਜਦੋਂ ਗੱਡੀਆਂ ਜਾ ਕੇ ਉੱਥੇ ਪਲਟੀਆਂ, ਉਸ ਤੋਂ ਮਗਰੋਂ ਪੁਲਿਸ ਨੇ ਨਾਲ ਉਹਨਾਂ ਦੀ ਮਦਦ ਕੀਤੀ, ਕਿਉਂਕਿ ਸਾਨੂੰ ਜਿਹੜੇ ਖਦਸ਼ੇ ਸੀ ਕਿਉਂਕਿ ਪੁਲਿਸ ਉਹਨਾਂ ਦੀ ਪਿੱਠ ਦੇ ਉੱਤੇ ਆ, ਇਸ ਕਰਕੇ ਪੁਲਿਸ ਨੇ ਉੱਥੇ ਅੰਨਾ ਵਾਹ ਫਾਇਰਿੰਗ ਕੀਤੀ। ਜਿਹੜਾ ਮੇਰੇ ਕੋਲ ਇਨਫੋਰਮੇਸ਼ਨ ਅਜੇ ਤੱਕ ਸੰਯੁਕਤ ਮੋਰਚੇ ਦੀ ਤਰਫ ਤੋਂ ਆਈ ਹੈ, 2 ਕਿਸਾਨ ਸਾਡੇ ਮੌਕੇ ਤੇ ਸ਼ਹੀਦ ਹੋਏ ਆ, 1 ਕਿਸਾਨ ਸਾਡਾ ਜਾ ਕੇ ਹਸਪੀਟਲ ਹੋਇਆ, ਪਰ ਮੈਨੂੰ ਲੱਗਦਾ ਸਾਡਾ ਨੁਕਸਾਨ ਬਹੁਤ ਵੱਡੇ ਪੱਧਰ ਤੇ ਅਜੇ ਹੋਇਆ। ਸਾਰੀਆਂ ਆਖਰੀ ਖਬਰਾਂ ਹੁਣ ਤੱਕ ਪਤਾ ਲੱਗੇਗਾ, ਬਹੁਤ ਵੱਡਾ ਨੁਕਸਾਨ ਯੂਪੀ ਸਰਕਾਰ ਨੇ ਕੀਤਾ ਔਰ ਇਸ ਤੋਂ ਸੰਯੁਕਤ ਮੋਰਚਾ ਅਸੀਂ ਕਰੜਾ ਫੈਸਲਾ ਲਵਾਂਗੇ ਜੀ। ਜਿਸ ਤਰੀਕੇ ਨਾਲ ਸਰਦਾਰ ਪ੍ਰਗਟ ਸਿੰਘ ਜੀ ਬੀਜੇਪੀ ਸਰਕਾਰ ਤੁਹਾਡਾ ਕਿਸਾਨਾਂ ਦਾ ਜਿਹੜਾ ਉਹਨਾਂ ਦੇ ਨਾਲ ਟਾਕਰਾ ਕਰੀਬ 10 ਮਹੀਨੇ ਤੋਂ ਵੀ ਵੱਧ ਸਮਾਂ ਹੋ ਗਿਆ ਉੱਥੇ ਲੱਗਿਆਂ ਨੂੰ, ਕਿਤੇ ਨਾ ਕਿਤੇ ਉਹਨਾਂ ਦੇ ਅੰਦਰ ਇਹੀ ਰੜਕਤਾ ਨਹੀਂ ਹੈ ਵੀ ਇਹੀ ਸਾਨੂੰ ਇਕੱਲੇ ਤੰਗ ਕਰ ਰਹੇ ਨੇ, ਆਉਣ ਵਾਲੇ ਭਵਿੱਖ ਦੇ ਅੰਦਰ ਸਾਡਾ ਬਹੁਤ ਵੱਡਾ ਨੁਕਸਾਨ ਹੋਵੇਗਾ, ਤੇ ਕਿਤੇ ਇਹੀ ਕ੍ਰੋਧਤਾ ਅੰਦਰ ਜਾਗੀ ਹੋਵੇ ਤੇ ਕਿਸਾਨਾਂ ਦੇ ਉੱਪਰ ਉਹਨਾਂ ਨੇ ਇਸ ਤਰੀਕੇ ਦੇ ਨਾਲ ਨਹੀਂ ਫਾਇਰਿੰਗ ਕਰਤੀ ਹੋਵੇ? ਬਿਲਕੁਲ ਜੀ ਬਿਲਕੁਲ, ਕਿਉਂਕਿ ਅਸੀਂ ਜੇ ਡੈਮੋਕ੍ਰੇਸੀ ਢੰਗ ਨਾਲ 11 ਮਹੀਨੇ ਹੋ ਗਏ, ਅਸੀਂ 700 ਤੋਂ ਜ਼ਿਆਦਾ ਕਿਸਾਨ ਸ਼ਹੀਦ ਕਰਾ ਲਿਆ ਔਰ ਡੈਮੋਕ੍ਰੇਸੀ ਢੰਗ ਨਾਲ ਅਸੀਂ ਐਜੀਟੇਸ਼ਨ ਕਰ ਰਹੇ ਹਾਂ। ਜੇ ਨਹੀਂ ਮੰਨਦੇ ਅਸੀਂ ਵੋਟ ਦੀ ਚੋਟ ਦੇ ਨਾਲ ਵੀ ਗੱਲ ਕਰ ਰਹੇ ਹਾਂ। ਬੰਗਾਲ ਦੇ ਵਿੱਚ ਇਹਨਾਂ ਨੂੰ ਅਸੀਂ ਹਾਰ ਦਿੱਤੀ ਏ, ਉਹ ਇਹਨਾਂ ਨੂੰ ਹਾਰ ਬਰਦਾਸ਼ਤ ਨਹੀਂ ਹੋ ਰਹੀ। ਅਗਲਾ ਮਿਸ਼ਨ ਅਸੀਂ ਯੂਪੀ ਦਿੱਤਾ, ਕਿਉਂਕਿ ਜੇ ਸਾਡੀ ਪੀਸਫੁਲ ਰਹਿ ਕੇ ਡੈਮੋਕ੍ਰੇਸੀ ਢੰਗ ਨਾਲ ਐਜੀਟੇਸ਼ਨ ਨਾਲ ਨਹੀਂ ਮੰਨਦੇ, ਫਿਰ ਸਾਡੇ ਕੋਲ ਵੋਟ ਅਧਿਕਾਰ ਵੀ ਹੈ ਆ, ਉਹ ਅਸੀਂ ਵਰਤਿਆ, ਕਿਉਂਕਿ ਮਿਸ਼ਨ ਅਸੀਂ ਯੂਪੀ ਦਾ ਐਲਾਨ ਕੀਤਾ। 5 ਰਾਜਾਂ ਦੇ ਵਿੱਚ ਇਲੈਕਸ਼ਨ ਆਵੇਗਾ, ਉਸ ਦਿਨ ਦੀ ਜਿਹੜੀ ਯੋਗੀ ਗੌਰਮੈਂਟ ਬੁਖਲਾਹਟ ਵਿੱਚ ਆਈ ਹੋਈ ਹੈ, ਕਿਉਂਕਿ ਸਾਰੇ ਹੱਥ ਕੰਡੇ ਅਪਣਾ ਰਹੀ। ਸਾਨੂੰ ਖਦਸ਼ਾ ਸੀ ਇਹ ਵੀ ਇਲੈਕਸ਼ਨ ਦੇ ਵਿੱਚ ਬਹੁਤ ਵੱਡਾ ਨੁਕਸਾਨ ਕਰਨਗੇ, ਜਿਹਦਾ ਅੱਜ ਤੁਸੀਂ ਵੇਖ ਸਕਦੇ ਫਲਸਰੂਪ ਅੱਜ ਜਿਹੜਾ ਨਤੀਜਾ ਸਾਹਮਣੇ ਆ ਗਿਆ। ਇਸ ਕਰਕੇ ਸੰਯੁਕਤ ਮੋਰਚੇ ਦੀ ਤਰਫ ਤੋਂ ਸਾਡਾ ਬਿਆਨ ਅਫੀਸ਼ਲੀ ਤੌਰ ਤੇ ਰਾਤ ਤੱਕ ਕਲੀਅਰ ਹੋ ਜਾਏਗਾ। ਅਸੀਂ 302 ਦਾ ਮੁਕੱਦਮਾ ਦਰਜ ਕਰਾਵਾਂਗੇ। ਜਿਹੜਾ ਗ੍ਰਹਿ ਰਾਜ ਮੰਤਰੀ ਉਹਨੂੰ ਤੁਰੰਤ ਅਸਤੀਫਾ ਦੇਣਾ ਪਵੇਗਾ, ਜੇ ਨਾ ਦੇਵੇਗਾ ਹਿੰਦੁਸਤਾਨ ਦੇ ਵਿੱਚ, ਕਿਉਂਕਿ ਗੁੰਡਾ ਰਾਜ ਹੋ ਗਿਆ। ਇੱਦਾਂ ਨਹੀਂ ਸਿੰਘ ਸਾਹਿਬ ਕਦੀ ਹੋਇਆ ਵੀ ਡੈਮੋਕ੍ਰੇਸੀ ਢੰਗ ਦੇ ਨਾਲ ਤੁਸੀਂ ਵਿਰੋਧ ਕਰ ਰਹੇ ਹੋ ਔਰ ਉਹਨਾਂ ਦੇ ਉੱਤੇ ਗੱਡੀਆਂ ਚੜ੍ਹਾ ਦਿੱਤੀਆਂ ਜਾਣ, ਉਹਨਾਂ ਦੇ ਅੰਨਾ ਵਾਹ ਫਾਇਰਿੰਗ ਕਰ ਦਿੱਤੀ ਜਾਵੇ, ਕਿਸਾਨਾਂ ਨੂੰ ਮਾਰ ਦਿੱਤਾ ਜਾਵੇ। ਸਾਡਾ ਕਸੂਰ ਇਹੋ ਹੀ ਹੈ ਨਾ, ਅਸੀਂ ਆਪਦੇ ਹੱਕ ਮੰਗ ਰਹੇ ਹਾਂ। 3 ਕਾਲੇ ਕਾਨੂੰਨਾਂ ਦੇ ਖਿਲਾਫ ਅਸੀਂ 11 ਮਹੀਨੇ ਤੋਂ ਦਿੱਲੀ ਦੀਆਂ ਸੜਕਾਂ 'ਤੇ ਰੁਲਦੇ ਪਏ ਹਾਂ, ਬੁਰਾ ਹਾਲ ਸਾਡਾ ਹੋਇਆ ਪਿਆ। ਹੁਣ ਸਾਨੂੰ ਮਾਰਨ ਤੇ ਤੁਲ ਗਈ ਹੈ ਜੀ ਯੂਪੀ ਗੌਰਮੈਂਟ ਜਾਂ ਬੀਜੇਪੀ। ਸਰਦਾਰ ਪ੍ਰਗਟ ਸਿੰਘ ਜੀ, ਇਹ ਵੀ ਤੁਸੀਂ ਡੈਮੋਕ੍ਰੇਸੀ ਦੀ ਗੱਲ ਕੀਤੀ ਹੈ, ਡੈਮੋਕ੍ਰੇਸੀ ਰਹਿ ਕਿੱਥੇ ਜਾਂਦੀ ਹੈ? ਆਪਣਾ ਹੱਕ ਮੰਗਣਾ ਤਾਂ ਇੱਕ ਜਾਇਜ਼ ਹੈ ਨਾ, ਵਿਰੋਧ ਤਾਂ ਕਿਸੇ ਦੀ ਕਰਨੀ ਆਪਣੇ ਜਿਹੜਾ ਵੀ ਦਾਇਰੇ ਦੇ ਅੰਦਰ ਰਹਿ ਕੇ। ਤੇ ਜਦੋਂ ਡੈਮੋਕ੍ਰੇਸੀ ਦੇ ਨਾਲ ਅਸੀਂ ਇਸ ਤਰੀਕੇ ਨਾਲ ਆਪਣਾ ਹੱਕ ਮੰਗਾਂਗੇ ਤੇ ਅਸੀਂ ਕਹਿ ਰਹੇ ਹਾਂ ਵੀ ਆਉਣ ਵਾਲੇ ਸਮੇਂ ਦੇ ਅੰਦਰ ਡੈਮੋਕ੍ਰੇਸੀ ਦੇ ਤਰੀਕੇ ਦੇ ਨਾਲ ਅਸੀਂ ਜਿੱਤ ਪ੍ਰਾਪਤ ਕਰਾਂਗੇ, ਤੇ ਤਾਂ ਡਿਕਟੇਟਰਸ਼ਿਪ ਸਾਡੇ ਸਾਹਮਣੇ ਆ ਰਹੀ ਹੈ। ਬਿਲਕੁਲ ਜੀ ਬਿਲਕੁਲ, ਕਿਉਂਕਿ ਯੂਪੀ ਦੇ ਹਾਲਾਤ ਅੱਗੇ ਵੀ ਨਹੀਂ ਚੰਗੇ, ਕਿਉਂਕਿ ਯੋਗੀ ਜਿਹੜਾ ਗੁੰਡਾ ਰਾਜ ਉਹਨੂੰ ਕਿਹਾ ਜਾ ਸਕਦਾ, ਕਿਉਂਕਿ ਇੱਦਾਂ ਨਹੀਂ ਹਿੰਦੁਸਤਾਨ ਚੱਲੇਗਾ ਜੀ ਜਿਵੇਂ ਇਹ ਚਲਾ ਰਹੇ ਨੇ, ਕਿਉਂਕਿ ਇੱਕ ਧਰਮ, ਇੱਕ ਫਿਰਕਾ, ਇੱਕ ਜਾਤ, ਇੱਕ ਸਾਰਾ ਕੁਝ ਇੱਦਾਂ ਨਹੀਂ ਚੱਲੇਗਾ। ਮਰ ਸਕਦੇ ਅਸੀਂ, ਇੱਦਾਂ ਨਹੀਂ ਹੋਣ ਦੇਵਾਂਗੇ। ਹਿੰਦੁਸਤਾਨ ਦਾ ਨਿਜ਼ਾਮ ਬਦਲਣਾ ਪਏਗਾ ਸਾਨੂੰ, ਕਿਉਂਕਿ ਵੱਡੀਆਂ ਕੁਰਬਾਨੀਆਂ ਜਦੋਂ ਵੀ ਕੋਈ ਐਜੀਟੇਸ਼ਨ ਚੱਲਿਆ ਉਹਦੇ 'ਚ ਵੱਡੇ ਸਿਰਾਂ ਦੇ ਜਿਹੜੇ ਦਾਈਏ ਲਾਉਣੇ ਪੈਂਦੇ, ਸਿਰ ਦੇਣੇ ਪੈਂਦੇ ਆ। ਅਫਸੋਸ ਹੈ, ਪਰ ਸਿਰ ਅਸੀਂ 600 750 ਦੇ ਕਰੀਬ ਦੇਤਾ। 2 ਸ਼ਹੀਦ ਅੱਜ 3 ਕਿਸਾਨ ਸਾਡੇ ਯੂਪੀ ਦੇ ਵਿੱਚ ਵੀ ਸ਼ਹੀਦ ਹੋ ਗਏ ਆ। ਕੋਈ ਗੱਲ ਨਹੀਂ, ਸਿਰ ਮੱਥੇ ਪ੍ਰਵਾਨ ਕਰਾਂਗੇ ਜੇ ਚੈਲੰਜ ਇਹਨਾਂ ਨੇ ਦਿੱਤਾ ਸਾਨੂੰ। ਪਰ ਡੈਮੋਕ੍ਰੇਸੀ ਵਾਲੀ ਗੱਲ ਜੇ ਹਿੰਦੁਸਤਾਨ ਅਮਰੀਕਾ ਦੇ ਵਿੱਚ ਜਾ ਕੇ ਕਹਿ ਰਿਹਾ ਮਨੁੱਖੀ ਅਧਿਕਾਰਾਂ ਤੇ ਸਾਡਾ ਪ੍ਰਧਾਨ ਮੰਤਰੀ ਭਾਸ਼ਣ ਦਿੰਦਾ, ਕਿਹੜੇ ਮਨੁੱਖੀ ਅਧਿਕਾਰਾਂ ਦੀ ਗੱਲ ਰਹੇਗੀ ਦੱਸੋ? ਮਨੁੱਖੀ ਅਧਿਕਾਰਾਂ ਦਾ ਹੁੰਦਾ ਤੁਸੀਂ ਡੈਮੋਕ੍ਰੇਸੀ ਲੋਕੀ ਅੰਦੋਲਨ ਕਰਨ ਦੇ, ਉਹਨਾਂ ਨੂੰ ਸਾਰੀਆਂ ਸਹੂਲਤਾਂ ਪ੍ਰੋਵਾਈਡ ਕਰਾਉਣੀਆਂ ਹੁੰਦੀਆਂ ਨੇ, ਮੈਡੀਕਲ ਸਹੂਲਤ ਦੇਣੀ ਹੁੰਦੀ, ਹਰ ਚੀਜ਼ ਪ੍ਰੋਵਾਈਡ ਕਰਾਉਣੀ ਹੁੰਦੀ, ਕਿਉਂਕਿ ਇਸ ਦੇਸ਼ ਦੇ ਵਿੱਚ ਵਾਸੀ ਅਸੀਂ। ਹਿੰਦੁਸਤਾਨ ਉੱਚਾ ਚੁੱਕਣ 'ਚ ਕਿਸਾਨਾਂ ਨੇ ਆਪਣਾ ਖੂਨ ਪਸੀਨਾ ਇੱਕ ਕੀਤਾ। ਇਸ ਕਰਕੇ ਬੜੀ ਮੰਦਭਾਗੀ ਖਬਰ ਆ ਜੀ। ਅੱਜ ਦੁੱਖ ਬੜਾ ਹੋਇਆ, ਮਨ ਨੂੰ ਝੰਜੋੜ ਕੇ ਰੱਖ ਦਿੱਤਾ, ਕਿਉਂਕਿ ਸਾਡੇ ਭਰਾ ਸੀ ਜਿਹੜੇ ਅੰਦੋਲਨ ਲੜ ਰਹੇ। ਅਸੀਂ ਵੀ ਕੱਲ੍ਹ ਪੂਰੇ ਦੇਸ਼ ਭਰ 'ਚ ਅਸੀਂ ਜਿਹੜੇ MLA ਇਹਨਾਂ ਨੇ ਸਾਡੇ 'ਤੇ ਇੱਕ ਵਾਰ ਕੀਤਾ ਸੀ। ਹਿੰਦੁਸਤਾਨ ਦੇ ਇਤਿਹਾਸ 'ਚ ਅੱਜ ਤੱਕ ਇੱਦਾਂ ਨਹੀਂ ਹੋਇਆ। MSP ਜਿਹੜੀ ਹੈ ਸਾਡੀ
ਪਹਿਲੀ ਤਰੀਕ ਨੂੰ ਖਰੀਦ ਪਰਚੇਜ ਸ਼ੁਰੂ ਹੁੰਦੀ ਹੈ। ਇਹਨਾਂ ਨੇ ਵੱਡਾ ਵਾਰ ਕੀਤਾ ਕਿਉਂਕਿ ਦੁੱਖ ਇਹਨਾਂ ਨੂੰ ਇਹ ਆ, ਅੰਦੋਲਨ ਲੜ ਰਹੇ ਆ, ਇਸ ਕਰਕੇ ਦੁੱਖ ਦੇ ਵਿੱਚ ਇਹ ਸਾਰਾ ਕੁਝ ਹੋ ਰਿਹਾ। ਇਹਨਾਂ ਨੂੰ ਪੀੜ ਸਹਾਰੀ ਨਹੀਂ ਜਾਂਦੀ। ਜਿਹੜਾ ਬੀਜੇਪੀ ਦਾ ਰੱਥ ਹਿੰਦੁਸਤਾਨ 'ਚ ਘੁੰਮਦਾ ਸੀ ਉਹਨੂੰ ਬ੍ਰੇਕਾਂ ਲਾ ਕੇ ਰੱਖ ਦਿੱਤੀਆਂ ਦਿੱਲੀ ਦੇ ਬਾਰਡਰਾਂ ਤੇ। ਚੈਂਪੀਅਨ ਬਣਿਆ ਪੰਜਾਬ, ਜ਼ਿਆਦਾ ਪੰਜਾਬ ਹਰਿਆਣਾ ਇਹਨਾਂ ਨੂੰ ਅੱਖਾਂ ਦੇ ਵਿੱਚ ਚੁੱਭ ਰਿਹਾ। ਜੇ ਪੰਜਾਬ ਹਰਿਆਣੇ ਨੂੰ ਮਲ ਦਿੱਤਾ ਜਾਵੇ, ਦਰੜ ਦਿੱਤਾ ਜਾਵੇ, ਡਿਵਾਇਰ ਵਾਲੀ ਨੀਤੀ ਅਪਣਾਉਣ ਲੱਗੇ ਨੇ ਵੀ ਇਹਨਾਂ ਨੂੰ ਮਾਰਿਆ ਜਾਵੇ। ਪਰ ਮੈਂ ਇੱਥੋਂ ਸਿੱਧੀ ਚੈਲੰਜ ਕਰਦਾ, ਇਹ ਮਤ ਸੋਚਣ ਵੀ ਸਾਨੂੰ ਸ਼ਹੀਦ ਕਰਕੇ ਸਾਨੂੰ ਡਰਾ ਲੈਣਗੇ। ਜਬੇ ਬਾਣ ਲਾਗੇ ਤਵੇ ਰੋਸ ਜਾਗੇ। ਜਦੋਂ ਸਾਨੂੰ ਦੁੱਖ ਲੱਗੇਗਾ, ਜਦ ਬਾਣ ਲੱਗੇਗਾ, ਜਦੋਂ ਸੱਟਾਂ ਲੱਗਣਗੀਆਂ, ਜਦੋਂ ਸ਼ਹੀਦ ਹੋਵਾਂਗੇ ਤੇ ਦੂਣਾ ਵਿਰੋਧ ਦਰਜ ਕਰਾਵਾਂਗੇ ਜੀ। ਜਬੇ ਰੋਸ ਜਾਗਿਓ ਜਬੇ ਬਾਣ ਲੱਗਿਓ ਤਵੇ ਰੋਸ ਜਾਗਿਓ। ਤੁਸੀਂ ਕਿਹਾ ਨਾ, ਹੁਣ ਇਹ ਬਾਣ ਤਾਂ ਉਦੋਂ ਦਾ ਹੀ ਲੱਗ ਚੁੱਕਾ ਹੈ ਹਨਾ। ਰੋਸ ਵੀ ਅਸੀਂ ਹੁਣ ਚੁੱਪ ਕਰਕੇ ਕਿੰਨੇ ਕੁ ਚਿਰ ਤਰੀਕੇ ਤਰ ਸਰਦਾਰ ਪ੍ਰਗਟ ਸਿੰਘ ਜੀ ਉੱਥੇ ਬੈਠੇ ਰਹਾਂਗੇ। ਕਿਤੇ ਨਾ ਕਿਤੇ ਸਾਨੂੰ ਇਹ ਜਿਹੜਾ ਜਵਾਬ ਹੈ ਸਾਨੂੰ ਦੇਣਾ ਵੀ ਪਏਗਾ। ਹੁਣ ਨੰਬਰ 2 ਤੇ ਜਿਹੜੀ ਘਟਨਾ ਯੂਪੀ ਦੇ ਵਿੱਚ ਵਾਪਰੀ ਹੈ, ਹੁਣ ਮੰਨ ਲਓ ਵੀ ਉਹਨਾਂ ਤੇ 302 ਦੇ 307 ਦੇ ਇਹ ਤਰ੍ਹਾਂ ਦੇ ਜਿਹੜੇ ਆ ਉਹਨਾਂ ਤੇ ਧਾਰਾਵਾਂ ਲੱਗ ਸਕਦੀਆਂ, ਪਰਚੇ ਹੋ ਸਕਦੇ ਆ। ਤੇ ਉਹਦੇ ਵਿੱਚ ਵੀ ਮੈਨੂੰ ਲੱਗਦਾ ਹੈ ਜਿਸ ਤਰੀਕੇ ਦੇ ਨਾਲ ਬੀਜੇਪੀ ਦੀ ਸਰਕਾਰ ਹੈ, ਉਹ ਮੰਤਰੀ ਨੇ, ਸਾਨੂੰ ਇਨਸਾਫ ਉਤੋਂ ਵੀ ਨਹੀਂ ਮਿਲ ਸਕਦਾ। ਬਿਲਕੁਲ ਜੀ, ਇਨਸਾਫ ਤਾਂ ਕਿਹੜਾ, ਡੈਮੋਕ੍ਰੇਸੀ ਵਾਲੀ ਗੱਲ ਕਰੀਏ ਸ਼ਰਮ ਆਉਂਦੀ ਹੈ ਜੀ ਇਹ ਸਾਨੂੰ ਆਪਦਾ ਦੇਸ਼ ਕਹਿਣ ਨੂੰ। ਦੁੱਖ ਨਾਲ ਭਰੇ ਪਏ ਆ। ਜੇ ਸਭ ਤੋਂ ਵੱਡੀ ਹੁੰਦੀ ਹੈ ਸੁਪਰੀਮ ਕੋਰਟ, ਉੱਥੇ ਆਸ ਹੁੰਦੀ ਹੈ ਵੀ ਇੱਥੋਂ ਸੁਪਰੀਮ ਕੋਰਟ 'ਚ ਨਿਆਂ ਮਿਲ ਜਾਏਗਾ। ਕੱਲ੍ਹ ਦੀ ਸੁਪਰੀਮ ਕੋਰਟ ਦੀ ਟਿੱਪਣੀ ਤੁਸੀਂ ਦੇਖ ਸਕਦੇ ਆ। ਜੱਜ ਨੇ ਇੱਕ ਟਿੱਪਣੀ ਕੀਤੀ ਹੈ, ਸਾਡੇ ਖਿਲਾਫ ਬਹੁਤ ਬੋਲਿਆ। ਅਸੀਂ ਉਹਦੇ 'ਚ ਪਾਰਟੀ ਨਹੀਂ ਰਾਹ ਖਿਲਾਉਣ ਦੇ ਸੰਬੰਧ ਦੇ ਵਿੱਚ ਇਹ ਸਾਨੂੰ ਇਹਨਾਂ ਤੋਂ ਆਸ ਅਸੀਂ ਕੀ ਰੱਖ ਸਕਦੇ ਹਾਂ। ਇਸ ਕਰਕੇ ਅਖੀਰ ਅਸੀਂ ਸਰਕਾਰ ਨੂੰ ਦੱਸਣਾ ਚਾਹੁੰਦੇ ਜਿੱਦਣ ਸਾਡਾ ਸਬਰ ਦਾ ਬੰਨ ਟੁੱਟਿਆ ਤੇ ਇੱਥੋਂ ਬੰਨ ਨਹੀਂ ਹੋਣਾ। ਇਸ ਕਰਕੇ ਮਤ ਸਾਨੂੰ ਛੇੜੋ, ਸਾਡਾ ਨਿਆਂ ਦੇ ਦਿਓ, ਸਾਨੂੰ ਸਾਡਾ ਹੱਕ ਦੇ ਦਿਓ। ਜੋ ਅਸੀਂ ਲੜ ਰਹੇ ਹਾਂ ਦੁਨੀਆ ਦੇ ਵਿੱਚ ਅਸੀਂ ਆਵਾਜ਼ ਪਹੁੰਚਾ ਦਿੱਤੀ ਏ। ਦੁਨੀਆ ਦਾ ਪਹਿਲੇ ਨੰਬਰ ਦਾ ਵਰਲਡ ਦੇ ਵਿੱਚ ਸਾਡਾ ਅੰਦੋਲਨ ਲੰਬਾ ਚੱਲਣ ਵਾਲਾ ਪੀਸਫੁਲ ਰਹਿ ਕੇ ਅਸੀਂ ਚਲਾ ਰਹੇ ਹਾਂ। ਸਾਡਾ ਸਬਰ ਦਾ ਬੰਨ ਨਾ ਤੋੜੋ। ਮੈਂ ਬੇਨਤੀ ਕਰਦਾ ਜਿੱਦਣ ਸਾਡਾ ਸਬਰ ਦਾ ਬੰਨ ਟੁੱਟ ਗਿਆ ਨਹੀਂ ਬੰਨ ਹੋਣਾ ਤੁਹਾਡੇ ਤੋਂ। ਇਸ ਕਰਕੇ ਅੱਜ ਵੀ ਅਸੀਂ ਵਿਸ਼ਵਾਸ ਰੱਖਦੇ ਹਾਂ ਕਿ ਇੰਨਾ ਤੁਸੀਂ ਜਿਹੜਾ ਸਾਡੇ ਤੇ ਧੱਕਾ ਕਰ ਰਹੇ ਹੋ, ਸਾਨੂੰ ਸ਼ਰੇਆਮ ਤੁਸੀਂ ਮਾਰ ਦਿਓ। ਕਿਤੇ ਇਹ ਨਾ ਹੋਵੇ ਵੀ ਸਾਨੂੰ ਵੀ ਹੱਥ ਚੁੱਕਣ ਤੇ ਮਜਬੂਰ ਹੋਣਾ ਪਵੇ। ਕਿਤੇ ਕਰਨਾਲ ਦੇ ਵਿੱਚ ਭਾਣਾ ਵਾਪਰਦਾ ਹੈ, ਕਿਤੇ ਯੂਪੀ ਵਿੱਚ ਵਾਪਰਦਾ ਹੈ, ਕਿਤੇ ਦਿੱਲੀ ਦੇ ਵਿੱਚ ਵਾਪਰਦਾ ਹੈ, ਕਿਤੇ ਮੋਗੇ ਦੇ ਵਿੱਚ ਪੰਜਾਬ ਦੀ ਧਰਤੀ ਤੇ ਕਿਸਾਨ ਹਰ ਪਾਸੋਂ ਹੀ ਕੁੱਟਾਂ ਖਾ ਰਿਹਾ, ਆਪਣੀਆਂ ਸ਼ਹਾਦਤਾਂ ਦੇ ਰਿਹਾ। ਬਿਲਕੁਲ ਆਉਣ ਵਾਲੇ ਦੇ ਸਮੇਂ ਦੇ ਅੰਦਰ ਇਸੇ ਤਰ੍ਹਾਂ ਸ਼ਹਾਦਤਾਂ ਦੇ ਕੇ ਹੀ ਪ੍ਰਾਪਤੀ ਹੋਵੇਗੀ ਕੁਝ। ਬਿਲਕੁਲ ਜੀ, 1947 ਤੋਂ ਲੈ ਕੇ ਸਾਡੇ ਨਾਲ ਇਦਾਂ ਹੋ ਰਿਹਾ, ਕੋਈ ਅੱਜ ਪਹਿਲੀ ਵਾਰੀ ਨਹੀਂ ਹੋ ਰਿਹਾ। ਇਸ ਕਰਕੇ ਸਰਕਾਰਾਂ ਨੇ ਕੋਈ ਕਸਰ ਨਹੀਂ ਛੱਡੀ। ਜੇ ਕੋਈ ਵੀ ਸਰਕਾਰ ਜਦੋਂ ਆਈ ਸਾਡੇ ਤੇ ਉਹਨਾਂ ਨੇ ਬੱਤਰ ਵਾਏ। ਹੁਣ ਤਾਂ ਪਾਣੀ ਸਾਡੇ ਸਿਰ ਤੋਂ ਲੰਘ ਗਿਆ। ਫੈਸਲਾ ਸਖਤ ਲੈਣਾ ਪਵੇਗਾ ਕਿਉਂਕਿ ਸਰਕਾਰ ਦੇ ਪੈਰਾਂ ਥੱਲੋਂ ਜ਼ਮੀਨ ਹਿੱਲ ਗਈ। ਲੋਕ ਕਹਿੰਦੇ ਸਰਕਾਰ ਘਬਰਾਈ ਹੋਈ ਹੈ। ਜਦੋਂ ਇਹੋ ਜਿਹੇ ਨਤੀਜੇ ਆਉਂਦੇ ਨਾ, ਜਦੋਂ ਗੱਡੀਆਂ ਚੜਾਉਂਦੇ ਜਾਂ ਗੋਲੀਬਾਰੀ ਹੁੰਦੀ ਏ, ਉਦੋਂ ਸਰਕਾਰ ਅੰਦਰੋਂ ਘਬਰਾਈ ਹੁੰਦੀ ਏ। ਸਰਕਾਰ ਘਬਰਾ ਚੁੱਕੀ ਕਿਉਂਕਿ ਅਸੀਂ ਇਹਦਾ ਘੇਰਾ ਟਾਈਟ ਕਰ ਦਿੱਤਾ। ਹਿੰਦੁਸਤਾਨ ਕੀ ਦੁਨੀਆ ਦੇ ਵਿੱਚ ਮੂੰਹ ਵਿਖਾਉਣ ਜੋਗਾ ਪ੍ਰਧਾਨ ਮੰਤਰੀ ਨੇ। ਬੀਜੇਪੀ ਜਿਹੜਾ ਹਿੰਦੂਤਵ ਦਾ ਮੁੱਦਾ ਲੈ ਕੇ ਚੱਲੇ ਸੀ ਉਹਨਾਂ ਨੂੰ ਅਸੀਂ ਸਾਫ਼ ਕਰਕੇ ਰੱਖ ਦਿੱਤਾ ਹੈ। RSS ਦੇ ਵਿੱਚ ਬਗਾਵਤ ਹੋਈ ਏ। ਇਹਨਾਂ ਦੀ ਬਖਲਾੜ ਦਾ ਨਤੀਜਾ ਜਿਹੜੀ ਸਾਡੇ ਤੇ ਫਾਇਰਿੰਗ ਕਰਦੇ ਆ ਜਾਂ ਗੱਡੀਆਂ ਚੜਾਉਂਦੇ, ਇਹਨਾਂ ਦੀ ਬਖਲਾੜ ਦਾ ਨਤੀਜਾ। ਫਿਰ ਵੀ ਅੱਜ ਮੈਂ ਤੁਹਾਡੇ ਮਾਧਿਅਮ ਰੱਖਦਾ ਇਹਨਾਂ ਦੇ ਅਸੀਂ ਜ਼ਬਰਦਸਤ ਸਬਰ ਦੇ ਨਾਲ ਮੁਕਾਬਲਾ ਕਰਾਂਗੇ। ਦੇਖਦੇ ਹਾਂ ਜ਼ੋਰ ਕਿਤਨਾ ਬਾਜੂ ਹੈ ਕਾਤਲ में, सरपरोशी की तमन्ना अब हमारे दिल में है, देखना है ਜ਼ੋਰ ਕਿਤਨਾ ਬਾਜੂ ਹੈ ਕਾਤਲ में। ਸਰਦਾਰ ਪ੍ਰਗਟ ਸਿੰਘ ਜੀ, ਇੱਥੇ ਇੱਕ ਸਵਾਲ ਹੋਰ ਵੀ ਤੁਹਾਡੇ ਤੇ ਕਰਨਾ ਮੇਰਾ ਬਣਦਾ। ਇਹ ਬਣਦਾ ਹੈ ਵੀ ਜਿਸ ਤਰੀਕੇ ਨਾਲ ਤੁਸੀਂ ਕਹਿ ਰਹੇ ਜੇ ਵੀ ਅਸੀਂ ਆਉਣ ਵਾਲੇ ਸਮੇਂ ਦੇ ਅੰਦਰ ਵਿਧਾਨ ਸਭਾ ਇਲੈਕਸ਼ਨ ਆ ਰਹੇ ਨੇ, ਇਹ ਮਾਤ ਦਿਆਂਗੇ ਜਿਸ ਤਰੀਕੇ ਦੇ ਨਾਲ ਅਸੀਂ ਬੰਗਾਲ ਦੇ ਵਿੱਚ ਇਹਨਾਂ ਨੂੰ ਪਾਈ ਹੈ। ਹੋਰਾਂ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਇਲੈਕਸ਼ਨ ਹੋਣੇ ਨੇ, ਹਰਿਆਣਾ ਯੂਪੀ ਦੇ ਵਿੱਚ ਹੋਣੇ ਆ, ਪਰ ਇਲੈਕਸ਼ਨਾਂ ਦੇ ਵਿੱਚ ਤੁਸੀਂ ਕਹਿੰਦੇ ਸੀ ਮਾਤ ਪਾਵਾਂਗੇ। ਇੱਥੋਂ ਤੱਕ ਵੀ ਖਬਰਾਂ ਆ ਚੁੱਕੀਆਂ ਵੀ ਇੱਥੇ ਤਾਂ ਗਵਰਨਰ ਰਾਜ ਲੱਗਣ ਦੀਆਂ ਤਿਆਰੀਆਂ। ਬਿਲਕੁਲ ਜੀ, ਅਸੀਂ ਪੋਲੀਟੀਕਲ ਲੀਡਰਾਂ ਨੂੰ ਅਸੀਂ ਚੇਤਾਵਨੀ ਦੇ ਚੁੱਕੇ ਹਾਂ, ਬੇਨਤੀ ਕਰ ਚੁੱਕੇ ਹਾਂ ਕਿਉਂਕਿ ਗਵਰਨਰੀ ਰਾਜ ਸਿੱਧਾ ਡਾਇਰੈਕਟ ਐਡਾ ਸੌਖਾ ਨਹੀਂ ਲਾਉਣਾ ਪੰਜਾਬ ਦੇ ਵਿੱਚ। ਉਹਨਾਂ ਨੂੰ ਕੋਈ ਹਾਲਾਤ ਖਰਾਬ ਕਰਨੇ ਪੈਣਗੇ ਜਿਵੇਂ ਯੂਪੀ ਦੇ ਵਿੱਚ ਕਰ ਰਹੇ ਨੇ, ਕਿਉਂਕਿ ਹਾਲਾਤ ਖਰਾਬ ਕਰਨਗੇ। ਔਰ ਅਸੀਂ ਪੋਲੀਟੀਕਲ ਆਪਦੇ ਭਰਾਵਾਂ ਨੂੰ ਬੇਨਤੀ ਕੀਤੀ ਕਿਤੇ ਤੁਸੀਂ ਨਾ ਜੁਮਾ ਲੈ ਲਿਓ ਵੀ ਇਹ ਸਰਕਾਰ ਇਹ ਕਰ ਰਹੀ ਹੈ, ਚਾਲਾਂ ਚੱਲ ਰਹੀ ਆ ਵੀ ਹਾਲਾਤ ਜਿਵੇਂ ਯੂਪੀ ਦੇ ਵਿੱਚ ਅੱਜ ਕਰਨਗੇ, ਹੋਰ ਕਰਨਗੇ, ਹੋਰ ਕੁਝ ਵੀ ਕਰਨਗੇ, ਗਵਰਨਰੀ ਰਾਜ ਲਾ ਕੇ ਸਾਰੀਆਂ ਪਾਵਰਾਂ ਲੈਣਗੇ, ਸਾਡੇ ਤੇ ਧੱਕਾ ਕਰਨਗੇ। ਪੰਜਾਬ ਵਾਲੇ ਮੈਂ ਭਾਈਚਾਰਿਆਂ ਨੂੰ ਬੇਨਤੀ ਕਰਦਾ, ਸਾਡੇ ਭਰਾ ਨੇ ਸਾਰੇ ਪੋਲੀਟੀਕਲ, ਤੁਸੀਂ ਇਹਨਾਂ ਦੀ ਚਾਲ ਦਾ ਹਿੱਸਾ ਨਾ ਬਣਿਓ। ਬਿਲਕੁਲ ਸ਼ਾਂਤੀ ਨਾਲ ਰਹੋ। ਜਦੋਂ ਇਲੈਕਸ਼ਨ ਆਵੇਗਾ ਅਸੀਂ ਕਿਸੇ ਨੂੰ ਨਹੀਂ ਰੋਕਦੇ, ਨੋਟੀਫਿਕੇਸ਼ਨ ਜਾਰੀ ਹੋਵੇਗਾ, ਇਲੈਕਸ਼ਨ ਤੁਸੀਂ ਲੜ ਲਿਓ, ਪੋਲੀਟੀਕਲ ਨੂੰ ਨਹੀਂ ਰੋਕਦੇ। ਪਰ ਤੁਸੀਂ ਇਹਨਾਂ ਦੀ ਚਾਲ ਦਾ ਹਿੱਸਾ ਨਾ ਕਿਤੇ ਬਣ ਜਿਓ ਵੀ ਰੈਲੀਆਂ ਕਰੋਗੇ ਅਸੀਂ ਰੋਕਾਂਗੇ, ਇਹ ਫਿਰ ਵਿਰੋਧ ਹੋਵੇਗਾ, ਨੁਕਸਾਨ ਹੋਵੇਗਾ। ਇਹ ਗਵਰਨਰ ਰਾਜ ਵਾਲੇ ਪੰਜਾਬ ਨੂੰ ਵਧਾਉਣਗੇ, ਚਾਹੁੰਦੇ ਆ ਵਧਾਉਣਾ, ਬੀਜੇਪੀ ਦੀ ਚਾਲ ਏ। ਪਰ ਮੇਰੀ ਬੇਨਤੀ ਆ ਇਸ ਕਰਕੇ ਕੋਈ ਗੱਲ ਨਹੀਂ ਜੀ, ਜੇ ਇਹ ਟੱਕਰ ਲੈ ਰਹੇ ਆ 11 ਮਹੀਨਿਆਂ ਤੋਂ, ਗੁਰੂ ਸਾਹਿਬ ਸਾਡੇ ਅੰਗ ਸੰਗ ਸਹਾਈ ਹੈ। ਗੁਰੂ ਸਾਹਿਬ ਸਾਡੇ ਸਿਰ ਤੇ ਹੱਥ ਰੱਖਦਾ, ਅਸੀਂ ਹਾਰ ਨਹੀਂ ਮੰਨਦੇ। ਹਾਰ ਮੰਨਣ ਵਾਲੀ ਇੱਕ ਕੌਮ ਹੀ ਨਹੀਂ ਗੀ ਕਿਉਂਕਿ ਦਰਾ ਖੈਬਰ ਦੇ ਰਾਹ ਅਸੀਂ ਰੋਕੇ, ਅਬਦਾਲੀਆਂ ਦਰਾਨੀਆਂ ਨੂੰ ਰੋਕਿਆ। ਰਸਤੇ 'ਚ ਪੰਜਾਬ ਆਉਂਦਾ ਸੀ,
ਅਸੀਂ ਦੰਦ ਖੱਟੇ ਕਰ ਦਿਆਂਗੇ ਬੀਜੇਪੀ ਦਾ। ਇਨਸਾਫ ਅਸੀਂ ਲੈ ਕੇ ਰਵਾਂਗੇ। ਆ ਜਾਏਗਾ ਸਾਡਾ ਫੈਸਲਾ, ਸਖਤ ਫੈਸਲਾ ਲੈਣਾ ਪਵੇਗਾ। ਜਿਨ੍ਹਾਂ ਨੇ ਇਹ ਕੰਮ ਕੀਤਾ ਹੈ ਸਜ਼ਾ ਉਹਨਾਂ ਨੂੰ ਦਵਾਵਾਂਗੇ, ਕੋਈ ਦੋ ਰਾਇ ਨਹੀਂ। ਜੇ ਕਿਸਾਨ ਦੀ ਗੱਲ ਕੀਤੀ ਜਾਵੇ, ਕਿਸਾਨ ਤਾਂ ਉੱਥੇ ਸਾਰੇ ਦੇਸ਼ ਦਾ ਬੈਠਾ ਹੋਇਆ ਨਾ, ਕਿਤੇ ਨਾ ਕਿਤੇ ਕਿਸਾਨ ਸਿੱਖੀ ਸਰੂਪ ਦੇ ਵਿੱਚ ਸਿੱਖ ਹੀ ਤਾਂ ਨਹੀਂ ਕਿਸੇ ਤਰੀਕੇ ਦੇ ਨਾਲ ਵੀ ਕਿਸਾਨੀ ਸੰਘਰਸ਼ ਦੇ ਕਰਕੇ ਵੀ ਸਿੱਖਾਂ ਨੂੰ ਟਾਰਗੇਟ ਕਰਕੇ ਕਿਸੇ ਤਰੀਕੇ ਦੇ ਨਾਲ ਢਾਹ ਲਾਈ ਜਾ ਰਹੀ ਹੋਵੇ। ਬਿਲਕੁਲ ਜੀ, ਇਹਨਾਂ ਨੇ ਮੈਂ ਦੱਸਣਾ ਚਾਹੁੰਦਾ ਕਿਉਂਕਿ ਮੈਂ 11 ਮਹੀਨੇ 12 ਮਹੀਨੇ ਤੋਂ ਹਿੱਸਾ ਅਸੀਂ ਸਭ ਤੋਂ ਪਹਿਲਾਂ ਟਿੱਕਰੀ ਬਾਰਡਰ ਜਾ ਕੇ ਮਿਲਿਆ ਸੀ ਜੀ। ਇਸ ਕਰਕੇ ਸਾਨੂੰ ਉੱਥੇ ਬੜੀਆਂ ਇਹਨਾਂ ਕਠਿਨਾਈਆਂ ਦਾ ਸਾਹਮਣਾ ਆਇਆ ਕਿਉਂਕਿ ਸਭ ਤੋਂ ਪਹਿਲਾਂ ਇਹਨਾਂ ਪੰਜਾਬ ਦਾ ਅੰਦੋਲਨ ਬਣਾ ਦਿੱਤਾ। ਸਰਦਾਰਾਂ ਤੇ ਗੱਲ ਲਿਆਉਂਦੇ ਵੀ ਸਰਦਾਰਾਂ ਇਕੱਲੇ ਪੰਜਾਬੀਆਂ ਦਾ, ਉਸ ਤੋਂ ਮਗਰੋਂ ਹਰਿਆਣਾ ਸਾਡੇ ਨਾਲ ਤੁਰਿਆ, ਹਰਿਆਣੇ ਵਾਲਿਆਂ ਦਾ, ਪੰਜਾਬ ਵਾਲਿਆਂ ਦਾ ਬਣਾਤਾ, ਯੂਪੀ ਤੁਰ ਪਈ, ਰਾਜਸਥਾਨ ਤੁਰ ਪਿਆ, ਸਾਰਾ ਦੇਸ਼ ਅਸੀਂ ਕਿਉਂਕਿ ਰਣਨੀਤੀ ਦੇ ਨਾਲ ਅਸੀਂ ਇਹ ਲੜਾਈ ਲੜ ਰਹੇ ਹਾਂ ਕਿਉਂਕਿ ਰਣਨੀਤੀਆਂ ਹੁੰਦੀਆਂ ਜੰਗ ਦੇ ਵਿੱਚ। ਅਸੀਂ ਇਹ ਅੰਦੋਲਨ ਜਿਹੜਾ ਕਿਸਾਨੀ ਝੰਡੇ ਥੱਲੇ ਲੜਨਾ ਚਾਹੁੰਦੇ ਸਾਂ, ਇਹ ਤਾਂ ਖਾਲਸੇ ਦੇ ਝੰਡੇ ਥੱਲੇ ਜਾਂ ਇੱਕ ਧਰਮ ਦੇ ਝੰਡੇ ਥੱਲੇ ਬਣਾ ਦੇਣ ਲੱਗੇ ਸੀ। ਇਸ ਕਰਕੇ ਵੱਡਾ ਨੁਕਸਾਨ ਸਾਡਾ ਕਰਨ ਲੱਗੇ ਸੀ 26 ਜਨਵਰੀ ਵਾਲੀ ਘਟਨਾ 'ਚ। ਉਹ ਅਸੀਂ ਦੇਸ਼ ਨੂੰ ਸਾਰੇ ਨੂੰ ਅਸੀਂ ਸਾਫ਼ ਕਰਕੇ ਦੱਸ ਦਿੱਤਾ ਵੀ ਇਹ ਕਿਸੇ ਇੱਕ ਜਾਤ ਪਾਤ ਜਾਂ ਜਮਾਤ ਬਰਾਦਰੀ ਦਾ ਅੰਦੋਲਨ ਨਹੀਂ, ਇਹ ਇਕੱਲੇ ਕਿਸਾਨੀ ਅੰਦੋਲਨ ਆ। ਕਿਸਾਨੀ ਝੰਡੇ ਦੇ ਕਿਸਾਨ ਕੋਈ ਵੀ ਹੋ ਸਕਦਾ, ਹਿੰਦੂ ਹੋ ਸਕਦਾ, ਮੁਸਲਮਾਨ ਹੋ ਸਕਦਾ, ਸਿੱਖ ਹੋ ਸਕਦਾ, ਈਸਾਈ ਹੋ ਸਕਦਾ, ਕਿਸੇ ਧਰਮ ਦਾ ਬੰਦਾ ਜਿਹੜਾ ਕਿਸਾਨੀ ਕਰਦਾ ਉਹ ਕਿਸਾਨ ਹੈ। ਇਸ ਕਰਕੇ ਇਹਨਾਂ ਦੀਆਂ ਚਾਲਾਂ ਅਸੀਂ ਗੱਲ ਕਰੀਏ ਸਰਦਾਰ ਪ੍ਰਗਟ ਸਿੰਘ ਜੀ, ਪਾਸੇ ਦੇ ਲੋਕ, ਹੋਰ ਭਾਰਤ ਦੇ ਲੋਕ ਸੰਘਰਸ਼ ਨਾਲ ਜੁੜੇ ਆ, ਪਰ 26 ਤੋਂ ਬਾਅਦ ਦੇ ਵਿੱਚ ਕਿਤੇ ਨਾ ਕਿਤੇ ਪੰਜਾਬ ਦੇ ਲੋਕ ਟੁੱਟੇ ਵੀ ਹੈ, ਮੰਨਣਾ ਪਏਗਾ ਸਾਨੂੰ। ਬਿਲਕੁਲ ਜੀ, ਕਿਉਂਕਿ ਜਿਹੜੇ ਦੋ ਪਹਿਲੂ ਹੁੰਦੇ ਆ ਜੀ। ਜੇ ਦੁਨੀਆ ਸਾਰੀ ਅਸੀਂ ਜੋੜੀਏ, ਜੇ ਇਕੱਲਾ ਅਸੀਂ ਸਾਬ ਤੇ ਗੱਲ ਹੋ ਜਾਂਦੀ ਵੀ ਅੰਦੋਲਨ ਪੰਜਾਬੀਆਂ ਦਾ ਤੇ ਵੱਡਾ ਨੁਕਸਾਨ ਸੀ ਕਿਉਂਕਿ ਇਸ ਕਰਕੇ ਕੋਈ ਕੁਝ ਹੁੰਦੇ ਆ ਪੰਜਾਬ ਦੇ ਵਿੱਚ, ਪਰ ਜ਼ਿਆਦਾਤਰ ਭਾਈਚਾਰਾ ਸਾਡਾ ਸਮਝਦਾ। ਜਿਵੇਂ ਕਹਿੰਦੇ ਸੀ 26 ਤੋਂ ਮਗਰੋਂ ਨੌਜਵਾਨ ਚਲੇ ਗਏ, ਦੀਪ ਵਾਲਾ ਮੈਟਰ ਹੋਇਆ। ਬਿਲਕੁਲ ਨਹੀਂ ਜੀ, ਜਦੋਂ ਬਾਪੂ ਬੈਠੇ ਹੋਣ, ਦਾਦੇ ਬੈਠੇ ਹੋਣ, ਦਾਦੀਆਂ ਬੈਠੀਆਂ ਹੋਣ ਤੇ ਨੌਜਵਾਨ ਕਿਵੇਂ ਛੱਡ ਜਾਣਗੇ। ਅੱਜ ਵੀ ਵੇਖ ਲਓ ਜਾ ਕੇ, ਨੌਜਵਾਨ ਸਾਡਾ ਸਾਥ ਦੇਣੇ, ਨੌਜਵਾਨਾਂ ਨੂੰ ਸਮਝੇ ਸਾਡੇ ਬਾਪੂ ਲੜ ਰਹੇ ਨੇ। ਇਸ ਕਰਕੇ ਚੱਲਦਾ ਰਹਿੰਦਾ ਹੈ, ਪਰ ਅੰਦੋਲਨ ਚੜ੍ਹਦੀ ਕਲਾ ਦੇ ਵਿੱਚ ਆ। ਇਸ ਕਰਕੇ ਸਰਕਾਰ ਨੂੰ ਹਜ਼ਮ ਨਹੀਂ ਇਹ ਹੋ ਰਹੀ ਗੱਲ ਆ। ਜਿਹੜਾ ਅੱਜ ਦਾ ਐਕਸੀਡੈਂਟ ਹੋਇਆ ਨਾ ਜੀ ਮੰਦਭਾਗਾ, ਇਹ ਸਰਕਾਰ ਨੂੰ ਹਜ਼ਮ ਨਹੀਂ ਹੋਣ ਡਿਆ ਵੀ ਇਹ ਸਰਕਾਰ ਇਹ ਸੋਚ ਰਹੀ ਹੈ ਵੀ 50 ਰਾਜਾਂ ਦੇ ਇੱਕ ਰਾਜ ਚੋਂ ਇਹਨਾਂ ਨੇ ਜੜ ਪੁੱਟਤੀ ਸਾਡੀ। ਯੂਪੀ ਇਹਨਾਂ ਦਾ ਟਾਰਗੇਟ ਮੇਨ ਆ। ਜੇ ਯੂਪੀ ਚੋਂ ਅਸੀਂ ਇਹਨਾਂ ਨੇ ਕੰਡ ਲਾ ਦਿੰਦੇ ਆ, ਪ੍ਰਾਈਮ ਮਿਨਿਸਟਰ ਦੀ ਕੁਰਸੀ ਗਈ, ਹਿੰਦੁਸਤਾਨ ਚੋਂ ਜੜਾਂ ਪੁੱਟ ਦਿਆਂਗੇ। ਮੈਂ ਅੱਜ ਵੀ ਕਹਿਣਾ, ਜੇ ਬੀਜੇਪੀ ਜਿੰਨਾ ਲੇਟ ਕਰੇਗੀ ਸਾਡੇ ਅੰਦੋਲਨ ਨੂੰ, ਸੈਂਕੜੇ ਸਾਲ ਅਸੀਂ ਹਿੰਦੁਸਤਾਨ ਦੇ ਵਿੱਚ ਬੀਜੇਪੀ ਗਵਰਨਮੈਂਟ ਦੇ ਪੈਰ ਨਹੀਂ ਲੱਗਣ ਦਿਆਂਗੇ ਕਿਉਂਕਿ ਅਸੀਂ ਗੱਲ ਸੱਚ ਸਾਬਤ ਕੀਤੀ ਔਰ ਸੱਚ ਲੋਕਾਂ ਦੀ ਪਕੜ 'ਚ ਆਇਆ, ਲੋਕਾਂ ਨੇ ਸਮਝਿਆ ਇਹ ਕੋਈ ਇੱਕ ਧਰਮ ਦਾ ਨਹੀਂ, ਹਿੰਦੂਆਂ ਦਾ ਨਹੀਂ, ਸਿੱਖਾਂ ਦਾ ਨਹੀਂ, ਕਿਸਾਨੀ ਦਾ ਹੈ, ਭਾਈਚਾਰੇ ਦਾ ਹੈ, ਮਜ਼ਦੂਰਾਂ ਦਾ ਹੈ, ਆੜਤੀਆਂ ਦਾ, ਮਣੀਮਾਂ ਦਾ, ਜਿਹੜੇ ਦੁਕਾਨਦਾਰ ਬੈਠੇ ਵੀ ਸਾਡੇ ਨਾਲ ਨੇ। ਸਮਝ 'ਚ ਆਉਂਦੀਆਂ ਪਈਆਂ ਗੱਲਾਂ। ਜ਼ਿਆਦਾ ਦਿਨ ਦੂਰ ਟਿਕ ਨਹੀਂ ਸਕੇਗੀ ਸਰਕਾਰ, ਜ਼ਬਰ ਜਿੰਨਾ ਚਾਹੇ ਕਰ ਸਕਦੀ ਹੋਰ ਸਾਡੇ ਮਾਰ ਲਏ ਕਿਉਂਕਿ 1302 ਬੰਦਾ ਅਡਵਾਇਰ ਨੇ ਮਾਰਿਆ ਸੀ ਨਾ 13 ਅਪ੍ਰੈਲ ਸਨ 1919 ਨੂੰ। ਤੇ ਅਸੀਂ ਉਹ ਕੌਮ ਆ ਜਦੋਂ 21 ਸਾਲਾਂ ਬਾਅਦ ਰਾਮ ਮੁਹੰਮਦ ਸਿੰਘ ਆਜ਼ਾਦ, ਸਰਦਾਰ ਊਧਮ ਸਿੰਘ ਨੇ 7 ਸਮੁੰਦਰੋਂ ਪਾਰ ਜਾ ਕੇ ਵਡਵਾਇਰ ਤੇ ਉਹਨਾਂ ਦੇ ਸਾਥੀਆਂ ਦੀ ਛਾਤੀਆਂ ਦੇ ਵਿੱਚ ਗੋਲੀਆਂ ਮਾਰ ਕੇ 21 ਸਾਲ ਬਾਅਦ ਬਦਲਾ ਅਸੀਂ ਲਿਆ ਸੀ। ਅਸੀਂ ਉਹ ਕੌਮ ਆ, ਜਿਵੇਂ ਉਹ ਗਵਰਨਰ ਬਾਹਰਲੀ ਸਟੇਟ ਦਾ ਕਹਿੰਦਾ ਨਾ, 300 ਸਾਲ ਨਹੀਂ ਇਹ ਲੋਕ ਭੁੱਲਦੇ, ਇਹਨਾਂ ਨੂੰ ਮੋੜਿਓ ਨਾ। ਅੱਜ ਵੀ ਬੀਜੇਪੀ ਨੂੰ ਚੈਲੰਜ ਆ ਸਾਡਾ, ਜੇ ਕਿਤੇ ਖਾਲੀ ਹੱਥ ਮੁੜ ਗਏ ਯਾਦ ਰੱਖੇ ਗਵਰਨਮੈਂਟ, ਅਸੀਂ ਇਹਦਾ ਪਤਨ ਦਾ ਕਾਰਨ ਬਣਾਂਗੇ। ਕਿਸਾਨੀ ਸੰਘਰਸ਼ ਦੇ ਵਿੱਚ ਚੱਲਦੇ ਆ, ਜਿੱਥੇ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਹੈ, ਉਹਦੇ ਉੱਪਰੋਂ ਬਿਆਨ ਕੋਈ ਐਸਾ ਆਇਆ ਵੀ ਜ਼ਬਰਦਸਤ ਫਿਰ ਵਿਰੋਧ ਇਹਨਾਂ ਦਾ ਕਰੋ, ਜਾਂ ਇਹ ਉਹਨਾਂ ਦਾ ਕਹਿਣਾ ਹੈ ਵੀ ਇੱਕ ਵਾਰ ਤੁਸੀਂ ਆਪਣੇ ਆਪ ਨੂੰ ਸੁਧਾਰੋ ਤੇ ਆਪਾਂ ਇਹਨਾਂ ਨਾਲ ਨਿਬੜਦੇ ਹਾਂ? ਮੈਂ ਸਿੰਘ ਸਾਹਿਬ ਦੱਸਣਾ ਚਾਹੁੰਦਾ ਕਿਉਂਕਿ ਅਜੇ ਤਾਜ਼ੀ ਹੈ, ਸਾਨੂੰ ਅਜੇ ਪਤਾ ਨਹੀਂ ਲੱਗ ਰਿਹਾ, ਰਿਪੋਰਟਾਂ ਨਹੀਂ ਸਾਡੇ ਕੋਲ ਆ ਰਹੀਆਂ ਕਿਉਂਕਿ ਅਫੀਸ਼ਲੀ ਤੌਰ ਤੇ ਸਾਡਾ ਸੰਯੁਕਤ ਮੋਰਚੇ ਦਾ ਬਿਆਨ ਆ ਜਾਏਗਾ। ਇੱਕ ਦੋ ਲੀਡਰਾਂ ਨੇ ਦਿੱਤਾ ਕਿਉਂਕਿ ਰਾਜੇਵਾਲ ਜੀ ਦਾ ਬਿਆਨ ਵੀ ਅਜੇ ਆ ਰਿਹਾ ਕਿਉਂਕਿ ਸੰਯੁਕਤ ਮੋਰਚੇ ਨੂੰ ਜਿਹੜੇ ਲੀਡਰ ਡੀਲ ਕਰ ਰਹੇ ਆ ਉਹਨਾਂ ਦਾ ਅਫੀਸ਼ਲੀ ਤੌਰ ਤੇ ਸਾਨੂੰ ਆ ਜਾਣਾ ਮੈਸੇਜ। ਪਤਾ ਨਹੀਂ ਅਸੀਂ ਪੰਜਾਬ ਜਾਮ ਕਰਨਾ, ਹਿੰਦੁਸਤਾਨ ਜਾਮ ਕਰਨਾ, ਕੋਈ ਸਖਤ ਫੈਸਲਾ ਆ ਜਾਣਾ। ਇਸ ਕਰਕੇ ਉਹਦੇ ਬਾਰੇ ਮੈਂ ਡਿਕਲੇਅਰ ਨਹੀਂ ਅਜੇ ਕਰ ਸਕਦਾ ਕਿਉਂਕਿ ਲੀਡਰਸ਼ਿਪ ਨਾਲ ਗੱਲ ਕਰਕੇ ਹੀ ਬਿਆਨ ਦਿੱਤਾ ਜਾ ਸਕਦਾ। ਇਸ ਕਰਕੇ ਕਰੜਾ ਫੈਸਲਾ ਆਵੇਗਾ ਜੀ, ਇਹਦੇ 'ਚ ਕੋਈ ਦੋ ਰਾਇ ਨਹੀਂ ਕਿਉਂਕਿ ਡੈੱਡ ਬੋਡੀਆਂ ਸਾਡੀਆਂ ਜਿਹੜੇ ਸਾਡੇ ਵੀਰ ਸ਼ਹੀਦ ਹੋਏ ਉੱਥੇ ਪਈਆਂ ਨਹੀਂ ਚੁੱਕਾਂਗੇ ਔਰ ਵੱਡਾ ਫੈਸਲਾ ਯੂਪੀ ਸਾਰੀ ਇਕੱਠੀ ਹੋਵੇਗੀ, ਪੂਰਾ ਦੇਸ਼ ਇਕੱਠਾ ਕਰਕੇ ਦੁਨੀਆ ਦੇ ਸਾਹਮਣੇ ਇਹ ਗੱਲ ਰੱਖਾਂਗੇ ਵੀ ਜਨਰਲ ਅਡਵਾਇਰ ਜਿਹੜਾ ਯੂਪੀ ਦਾ ਜਿਹੜਾ ਗ੍ਰਹਿ ਮੰਤਰੀ, ਰਾਜੇ ਗ੍ਰਹਿ ਮੰਤਰੀ ਹੈ ਮਿਸ਼ਰਾ, ਉਹਨੇ ਡਾਇਰ ਵਾਲੀ ਕਾਇਰਤਾ ਕੀਤੀ ਹੈ, ਉਹਨੂੰ ਦੇਣਾ ਪਏਗਾ ਹਿਸਾਬ ਕਿਤਾਬ। ਜਿਹਨੇ ਆਇਡੈਂਟੀਫਾਈ ਹੋ ਗਏ ਜੀ ਉਹ ਸਾਰਾ, ਜਿਨ੍ਹਾਂ ਨੇ ਗੱਡੀਆਂ ਚੜਾਈਆਂ, ਇੱਕ ਭਰਾ ਹੈ ਹੁੰਦਾ, ਇੱਕ ਭਤੀਜਾ, ਇੱਕ ਮੁੰਡਾ ਹੈ, ਸਾਰਾ ਆਪਦਾ ਪਰਿਵਾਰ, 3 ਗੱਡੀਆਂ, ਪਿਸਤੌਲਾਂ, ਹਥਿਆਰਾਂ ਵਾਲੇ ਬੰਦੇ। ਫਿਰ ਪੁਲਿਸ ਉਹਨਾਂ ਨੂੰ ਬਚਾ ਕੇ ਕੱਢਿਆ ਜੀ, ਉੱਥੋਂ ਜਨਤਾ ਤੋਂ ਬਚ ਨਹੀਂ ਸੀ ਸਕਦੇ ਉਹ ਲੋਕ। ਇਸ ਕਰਕੇ ਪੁਲਿਸ ਨੇ ਇੰਨਾ ਤੁੰਦ ਫਾਇਰਿੰਗ ਕੀਤੀ ਹੈ, ਜੇ ਫਾਇਰਿੰਗ ਨਾਲ ਵੀ ਹੋ ਸਕਦਾ ਸਾਡੇ ਕਿਸਾਨ ਸ਼ਹੀਦ ਹੋਏ ਹੋਣੇ ਅਫੀਸ਼ੀਅਲੀ ਤੌਰ ਤੇ ਹੋਏ ਆ, ਉਹ ਕਹਿੰਦੇ ਹਸਪਤਾਲਾਂ ਵਿੱਚ। ਬਿਲਕੁਲ ਜੀ, ਅਜੇ ਪਤਾ ਨਹੀਂ ਲੱਗ ਰਿਹਾ ਕਿਉਂਕਿ 2-4 ਘੰਟੇ ਤੱਕ ਸਥਿਤੀ ਸਵੇਰ ਤੱਕ ਕਲੀਅਰ ਹੋਵੇਗੀ। ਵੱਡਾ ਨੁਕਸਾਨ ਸਾਡਾ ਕਿਸਾਨਾਂ ਦਾ ਹੋਇਆ, ਪਰ ਵਾਹਿਗੁਰੂ ਕਿਰਪਾ ਕਰੇਗਾ। ਇਹ ਕੌਮ ਉਹ ਨਹੀਂ, ਉਹਨੇ ਹਜੇ ਦੁਸ਼ਮਣ ਗੋਲੀਆਂ ਗਿਣ ਕੇ ਮਾਰਦਾ ਨਹੀਂ ਤੇ ਲਾਸ਼ਾਂ ਅਸੀਂ ਵੀ ਗਿਣ ਕੇ ਚੁੱਕਦੇ ਨਹੀਂ। ਅਸੀਂ ਉਹ ਕੌਮ ਆ, ਲਾਸ਼ਾਂ ਨਹੀਂ ਗਿਣ ਕੇ ਚੁੱਕਾਂਗੇ, ਬਦਲਾ ਜ਼ਰੂਰ ਲਵਾਂਗੇ ਜੀ। ਬੀਜੇਪੀ ਨੂੰ ਛੱਡ ਕੇ ਜਿੰਨੇ ਵੀ ਨੇਤਾ ਨੇ,
ਜਿੰਨੇ ਵੀ ਸੱਤਾ ਦੇ ਵਿੱਚ ਹਾਸਲ ਨੇ, ਤੁਹਾਨੂੰ ਲੱਗਦਾ ਵੀ ਉਹਨਾਂ ਨੂੰ ਖੁੱਲ੍ਹ ਕੇ ਬੋਲਣਾ ਚਾਹੀਦਾ, ਬੀਜੇਪੀ ਦੇ ਵਿਰੋਧ ਦੇ ਵਿੱਚ ਆ ਕੇ ਡਟਣਾ ਚਾਹੀਦਾ, ਜਾਂ ਉਹ ਗੋਲਮੋਲ ਜਿਹਾ ਕਰਕੇ ਅੱਜ ਦੇ ਲੀਡਰ ਬਿਆਨ ਦਿੰਦੇ ਆ? ਬਿਲਕੁਲ ਜੀ, ਕੋਈ ਸਾਡੇ ਨਾਲ ਨਹੀਂ, ਸਾਡਾ ਤਾਂ ਵਾਹਿਗੁਰੂ ਆ, ਕੋਈ ਸਾਡੇ ਨਾਲ ਪੋਲੀਟੀਕਲ, ਸਾਡਾ ਵਾਹਿਗੁਰੂ ਤੇ ਓਟ ਆਸਰਾ ਲੈ ਕੇ ਅਸੀਂ ਦੌਲਤ ਲੜ ਰਹੇ, ਸਾਡਾ ਕੋਈ ਨਹੀਂ ਸਕਾ। ਜਿੰਨੇ ਹਿੰਦੁਸਤਾਨ ਪੰਜਾਬ ਸਾਰੇ ਜਿੰਨੇ ਪੋਲੀਟੀਕਲ ਇਹ ਨਹੀਂ ਚਾਹੁੰਦੇ ਕਿਸਾਨ ਦਿੱਲੀ ਦੇ ਬਾਰਡਰ ਤੋਂ ਜਿੱਤ ਕੇ। ਮੈਂ ਕਲੀਅਰ ਕਰਨੀ ਚਾਹੁੰਦਾ, ਮੈਂ ਦਿਲ ਦੀ ਗੱਲ, ਮੈਨੂੰ ਰੋਣ ਆ ਰਿਹਾ ਜੀ ਅੱਜ। ਇਹ ਪੋਲੀਟੀਕਲ ਜੇ ਚਾਹੁੰਦੇ ਤੇ ਅਸੀਂ ਕਿਉਂ ਬਹਿੰਦੇ ਜੀ ਜਾ ਕੇ ਉੱਥੇ, ਦੱਸੋ ਇਹ ਕਿਉਂ ਅਸੀਂ ਜਾ ਕੇ ਉੱਥੇ ਬਹਿੰਦੇ, ਕਿਉਂ ਰੋਲਦੇ ਜੀ? ਸਾਡੀਆਂ ਮਾਵਾਂ ਉੱਥੇ ਰੋਲਣ ਡੀਆਂ, ਬਜ਼ੁਰਗ ਸਾਡੇ ਰੋਲਣ ਡੇ ਆ, ਰੋਜ਼ ਅਸੀਂ ਡੈੱਡ ਬੋਡੀਆਂ 2 ਪੰਜਾਬ ਨੂੰ ਤੋਰਦੇ ਆ ਜੀ, ਐਂਬੂਲੈਂਸਾਂ 'ਚ ਪੋਸਟਮਾਰਟਮ ਕਰਾ ਕੇ ਤੋਰਦੇ। ਜਿੱਦਣ ਕਾਨੂੰਨ ਲਾਗੂ ਹੋਏ ਸੀ ਉਦੋਂ ਕਿਉਂ ਨਾ ਵਿਰੋਧ ਕੀਤਾ? ਜੇ ਉਦੋਂ ਨਹੀਂ ਕੀਤਾ ਬਾਅਦ 'ਚ ਕਰ ਲੈਂਦੇ ਜੀ, ਬਹਿ ਜਾਂਦੇ ਸਾਡੇ ਨਾਲ ਜਾ ਕੇ। ਸੜਕਾਂ ਮੋਗੀਆਂ ਦਿੱਲੀ ਦੀਆਂ, ਸਾਨੂੰ ਅੱਗ ਲੱਗੀ ਇਲੈਕਸ਼ਨਾਂ ਦੀ, ਸਾਡੀਆਂ ਲਾਸ਼ਾਂ ਨਹੀਂ ਚੁੱਕੀਆਂ ਜਾਂਦੀਆਂ ਸਾਡੇ ਤੋਂ, ਇਹਨਾਂ ਨੂੰ ਅੱਗ ਲੱਗੀ ਇਲੈਕਸ਼ਨਾਂ 2022 ਦੀ। ਬਹਿ ਜਾਣ ਜੀ ਸਾਡੇ ਨਾਲ, ਨਹੀਂ ਇਲੈਕਸ਼ਨ ਲੜਦੇ ਅਸੀਂ ਜਿੰਨਾ ਚਿਰ ਸਾਡੀ ਰੋਟੀ ਨਾ ਹੋਈ। ਆਉਣ ਵਾਲੀਆਂ ਨਸਲਾਂ ਫਸਲਾਂ ਸਾਡੀਆਂ ਮਹਿਫੂਜ਼ ਨਾ ਹੋਈਆਂ, ਅਸੀਂ ਕੀ ਚੁੱਲ੍ਹੇ 'ਚ ਡਾਹ ਕੇ ਇਲੈਕਸ਼ਨ ਨੂੰ ਖਾਣਾ ਜੀ? ਕੀ ਰਹੂ ਪਾਵਰ ਇਹਨਾਂ ਕੋਲੋਂ? ਇਹਨਾਂ ਨੇ ਹਰਿਆਣੇ ਨਾਲ ਜੋ ਉਧਰੋਂ ਰਾਜਸਥਾਨ ਔਰ ਇੱਧਰ ਇਹਨਾਂ ਨੇ ਚੰਡੀਗੜ੍ਹ ਹਰਿਆਣੇ ਨਾਲ ਲਾ ਕੇ ਇਹਨਾਂ ਪੰਜਾਬ ਹੀ ਖਤਮ ਕਰ ਦੇਣਾ ਜੀ। ਇਹ ਕਿੰਦੇ ਤੇ ਰਾਜਨੀਤੀ ਕਰਨਗੇ ਲੋਕ? ਖਬਰਾਂ ਵੀ ਆ ਰਹੀਆਂ ਨੇ ਵਿੱਚੋਂ ਵਿੱਚ ਵੀ ਇਹ ਸਾਡੇ ਪੰਜਾਬ ਦਾ ਨਾਮੋ ਨਿਸ਼ਾਨ ਮਿਟਾ ਕੇ ਕਰੀਬ ਹਰਿਆਣਾ ਕਰਨ ਨੂੰ ਤੁਲੇ ਹੋਏ ਆ। ਬਿਲਕੁਲ ਜੀ, ਇਹਨਾਂ ਨੇ ਖਤਮ ਕਰ ਦੇਣੀ ਜੀ, ਇਹ ਸਾਰਾ ਕੁਝ ਹੀ ਖਤਮ ਕਰਨ ਤੇ ਤੁਲੇ। ਇਹ ਤਾਂ ਜਾਗਣਾ ਪਊ ਜੀ, ਇਹਨਾਂ ਨਾਲ ਟੱਕਰ ਤਾਂ ਲੈਣੀ ਪੈਣੀ ਸਾਨੂੰ। ਖੀਰ ਸਾਡੇ ਕੋਲ ਇੱਕੋ ਹਥਿਆਰ ਆ, ਅਸੀਂ ਦੁਨੀਆ ਦੇ ਸਾਹਮਣੇ ਇਹਨਾਂ ਦਾ ਪਰਦਾ ਫਾਸ਼ ਕਰੀਏ ਔਰ ਜਿੱਤਾਂਗੇ। ਵਾਹਿਗੁਰੂ ਸਾਡੇ ਨਾਲ ਆ। ਮੈਂ ਤੁਹਾਨੂੰ ਪਹਿਲਾਂ ਕਿਹਾ ਸਾਡਾ ਅਕਾਲ ਪੁਰਖ ਸਾਡੀ ਬਾਂਹ ਫੜਦਾ ਜੀ ਉੱਥੇ ਦੌਲਤ ਤੇ। ਕੋਈ ਪੋਲੀਟੀਕਲ ਸਾਡੇ ਨਾਲ ਨਹੀਂ ਗਾ, ਉਹ ਨਹੀਂ ਚਾਹੁੰਦੇ ਕਿਸਾਨ ਹਿੰਦੁਸਤਾਨ ਦਾ ਜਿੱਤ ਗਿਆ। ਰੁੱਖ ਰੋਪਿਆ ਕੁਹਾੜੇ ਵਿੱਚ ਦੇਖ ਦਸਤਾ ਟੱਕ ਜੜ੍ਹਾਂ ਨੂੰ ਲਾਇਆ, ਤੇ ਆਪਣੇ ਨੇ ਕਿਸੇ ਨੇ ਬੜਾ ਸੋਹਣਾ ਲਿਖਿਆ, ਕਿਤੇ ਨਾ ਕਿਤੇ ਨੁਕਸਾਨ ਹੋਇਆ ਤੇ ਸਾਡੇ ਪੰਜਾਬੀਆਂ ਦੇ ਵਿੱਚ ਰਲ ਕੇ ਕੀਤਾ ਉਹ ਦਸਤੇ ਦਾ ਕੰਮ ਬਣ ਕੇ ਨਾ, ਤੇ ਉਹ ਰੋਲ ਅਦਾ ਕੀਤਾ, ਤੇ ਤਾਂ ਸਾਡੇ ਅੱਜ ਹਾਲਾਤ ਇਹ ਸਰਦਾਰ ਪ੍ਰਗਟ ਸਿੰਘ ਜੀ ਬਣ ਚੁੱਕੇ ਆ। ਪਰ ਵਿਸ਼ੇ ਉਸੇ ਤੇ ਆਵਾਂ ਯੂਪੀ ਵਾਲੀ ਘਟਨਾ ਦੇ ਉੱਪਰ, ਕਿ ਉਹ ਮੋਨੂ ਜਿਹੜਾ ਅਜੇ ਮਿਸ਼ਰਾ ਦਾ ਬੇਟਾ ਨਾਲ ਗੁੰਡਿਆਂ ਨੂੰ ਲੈ ਕੇ ਆਇਆ, ਉੱਥੋਂ ਬਚ ਕੇ ਕਿਵੇਂ ਚਲਾ ਗਿਆ ਨਿਕਲ? ਬਿਲਕੁਲ ਜੀ, ਕਿਉਂਕਿ ਜਿਹੜੇ ਮੈਂ ਹੁਣ ਜ਼ਿਆਦਾ ਡਗਾਈ 'ਚ ਨਹੀਂ ਗਿਆ, ਕੁਛ ਮੈਨੂੰ ਰਿਪੋਰਟਾਂ ਆਈਆਂ, ਟੈਲੀਫੋਨਾਂ ਤੇ ਗੱਲਾਂ ਬਾਤਾਂ ਹੋਈ ਜਾਂਦੀਆਂ ਸਾਰੀਆਂ। ਉੱਥੇ ਮੋਰਚੇ 'ਚ ਵੀ ਗੱਲ ਹੋਈ ਮੇਰੀ ਹੁਣੇ ਹੀ। ਇਸ ਕਰਕੇ ਹੈਲੀਕਾਪਟਰ ਉਤਰਨਾ ਸੀ ਉੱਪਰ, ਜਿਹੜਾ ਮੁੱਖ ਮੰਤਰੀ ਯੂਪੀ ਦਾ ਉੱਥੇ ਲੈਂਡ ਕਰਨਾ ਸੀ ਜਹਾਜ਼ ਜੀ। ਵਿਰੋਧ ਕਰ ਰਹੇ ਸੀ ਸਾਡੇ ਕਿਸਾਨ, ਔਰ ਉੱਥੋਂ ਗੱਡੀਆਂ ਉਹਨਾਂ ਦੀਆਂ ਜਾਂ ਅੰਦਰ ਸੀ ਜਾਂ ਅੰਦਰ ਲੈ ਕੇ ਚੱਲੇ ਸੀ, ਇਹਨਾਂ ਨਹੀਂ ਮੈਨੂੰ ਕਲੀਅਰ। ਇਸ ਕਰਕੇ ਉਹਨਾਂ ਨੇ, ਜਦੋਂ ਅਸੀਂ ਵਿਰੋਧ ਕਰ ਰਹੇ ਕਾਲੇ ਝੰਡਿਆਂ ਨਾਲ, ਸੀ ਸੁਭਾਵਿਕ ਤੌਰ ਤੇ ਪੂਰੇ ਹਿੰਦੁਸਤਾਨ 'ਚ ਵਿਰੋਧ ਹੋ ਰਿਹਾ ਜੀ ਬੀਜੇਪੀ ਦਾ। ਅਸੀਂ ਕੋਈ ਡਾਂਗਾ ਨਹੀਂ ਮਾਰਦੇ ਇਹਨਾਂ ਨੂੰ, ਕਾਲੇ ਝੰਡੇ ਲਾਉਣੇ, ਇਹਨਾਂ ਦੇ ਖਿਲਾਫ ਨਾਅਰੇ ਲਾਉਣੇ, ਡੈਮੋਕ੍ਰੇਟਿਕ ਸਾਡਾ ਅਧਿਕਾਰ ਏ। ਉਹ ਬੋਲ ਰਹੇ ਸੀ, ਉਹਨਾਂ ਨੇ ਬਖਲਾੜ 'ਚ ਆ ਗਏ ਕਿਉਂਕਿ ਇਹ ਸਹਿਣ ਨਹੀਂ ਕਰ ਸਕੇ। ਇਹਨਾਂ ਦੇ ਸੀਐਮ ਦੀ ਸਟੇਟਮੈਂਟ ਤੁਸੀਂ ਪੁਰਾਣੀਆਂ ਜੋੜੋ, ਸਟੇਟਮੈਂਟ ਕੜੀ ਨਾਲ ਕੜੀ ਜੁੜਦੀ ਏ। ਸੀਐਮ ਕਹਿ ਰਿਹਾ ਸੀ ਇਹ ਯੂਪੀ ਦੇ ਵਿੱਚ ਦੇਖਾਂਗੇ ਇਹਨਾਂ ਨਾਲ ਅਸੀਂ ਕੀ ਹਾਲ ਕਰਾਂਗੇ ਕਿਸਾਨਾਂ ਦਾ, ਵੀ ਯੂਪੀ 'ਚ ਕਰਨਗੇ ਦੇਖਾਂਗੇ। ਬਾਂਦਰ ਦਾ ਬਣਾ ਕੇ ਪੋਸਟਰ, ਉਹ ਸਾਡਾ ਬੜਾ ਭੈੜਾ ਪੋਸਟਰ ਸਾਡਾ ਇਹਨਾਂ ਕਿਸਾਨਾਂ ਦਾ ਬਣਾਇਆ ਜੀ, ਇਹਨਾਂ ਨੇ ਰਿਲੀਜ਼ ਕੀਤਾ। ਅੱਛਾ, ਬੀਜੇਪੀ? ਬਿਲਕੁਲ ਜੀ, ਉਹ ਸਾਨੂੰ ਇਹ ਖਦਸ਼ਾ ਸੀ ਵੀ ਇਹ ਸਾਡੇ ਨਾਲ ਕੁਝ ਕਰਨਗੇ। ਪਰ ਡੈਮੋਕ੍ਰੇਟੀ ਅਸੀਂ ਅਧਿਕਾਰ ਕਿਵੇਂ ਛੱਡ ਦਈਏ ਜੇ ਅਸੀਂ ਡਰ ਕੇ ਤਾਂ ਨਹੀਂ ਨਾ ਬਹਿਣ ਵਾਲੇ, ਵੀ ਅਸੀਂ ਇਹਨਾਂ ਦੀ ਇਹ ਡਰ ਜੀਏ ਜਾਂ ਸ਼ਹੀਦੀਆਂ ਤੋਂ ਡਰ ਜੀਏ। ਜੇ ਅਸੀਂ ਖੱਪਣ ਸਿਰ ਤੇ ਬੰਨ ਲਿਆ ਤੇ ਮੌਤ ਦਾ ਨਹੀਂ ਡਰ। ਇਸ ਕਰਕੇ ਉਹਨਾਂ ਨੇ ਜਦੋਂ ਦੇਖਿਆ ਲੋਕ ਇਕੱਠੇ ਹੋਏ, ਉਹਨਾਂ ਗੱਡੀਆਂ ਅਨਕੰਟਰੋਲ ਭਜਾ ਦਿੱਤੀਆਂ। ਗੱਡੀਆਂ ਰੇਂਗਦੀਆਂ ਹੋਈਆਂ ਲੋਕਾਂ ਦੇ ਉੱਤੋਂ ਦੀ ਲੰਘੀਆਂ, 3 ਗੱਡੀਆਂ ਲੰਘੀਆਂ, 3 ਗੱਡੀਆਂ ਜੀ ਅੱਗੋਂ ਜਾ ਕੇ ਅਨਕੰਟਰੋਲ ਹੋ ਕੇ ਪਲਟਦੀਆਂ ਨੇ। ਪਲਟ ਕੇ ਵਿੱਚੋਂ ਨਿਕਲਦੇ ਜਦੋਂ ਉਹਨਾਂ ਨੂੰ ਪੁਲਿਸ ਪ੍ਰੋਟੈਕਸ਼ਨ ਮਿਲਦੀ ਔਰ ਹਥਿਆਰਬੰਦ ਸੀ, ਸਾਰਿਆਂ ਕੋਲ ਪਿਸਤੌਲ ਬੰਦੂਕਾਂ ਸੀ ਉਹਨਾਂ ਕੋਲ। ਅੰਨਾ ਧੁੰਦ ਫਾਇਰਿੰਗ ਕਰਦੇ ਆ, ਇਹਨਾਂ ਨਹੀਂ ਪਤਾ ਜੇ ਫਾਇਰਿੰਗ ਨਾਲ ਵੀ ਸਾਡਾ ਕੋਈ ਕਿਸਾਨ ਸ਼ਹੀਦ ਹੋਇਆ। ਅੰਨਾ ਧੁੰਦ ਫਾਇਰਿੰਗ ਕਰਕੇ ਪੁਲਿਸ ਉਹਨਾਂ ਨੂੰ ਬਚਾ ਕੇ ਲੈ ਜਾਂਦੀ ਆ, ਆਪਦੀ ਕਸਟਡੀ 'ਚ ਕੱਢ ਕੇ ਲੈ ਜਾਂਦੀ ਪੁਲਿਸ ਉਹਨਾਂ ਨੂੰ। ਇਸ ਕਰਕੇ ਸਿੱਧਾ ਤੌਰ ਤੇ ਪੁਲਿਸ ਉੱਥੇ ਕਰਾ ਰਹੀ ਹੈ, ਇਹਦੇ 'ਚ ਕੋਈ ਦੋ ਰਾਹ ਨਹੀਂ। ਗ੍ਰਹਿ ਮੰਤਰੀ ਦਾ, ਰਾਜੇ ਮੰਤਰੀ ਦਾ ਬੇਟਾ ਹੋਵੇ, ਪੁਲਿਸ ਕਿਉਂ ਨਾ ਬਚਾਊਗੀ ਉਹਨਾਂ ਨੂੰ। ਇਸ ਕਰਕੇ ਕਿਸਾਨ ਪੈਣ ਢੱਠੇ ਖੂਹ 'ਚ। ਬਿਲਕੁਲ ਜੀ, ਇਹਨਾਂ ਨੂੰ ਸਾਨੂੰ ਇਹ ਕਿਸਾਨਾਂ ਨੂੰ ਆਦਮੀ ਨਹੀਂ, ਬੰਦੇ ਨਹੀਂ ਸਮਝਦੇ। ਇਹ ਇੱਕ ਖੇਤੀ ਦੇ ਦਾਣੇ ਬਣਾਉਣ ਵਾਲਾ ਔਜ਼ਾਰ, ਸੰਦ, ਮਸ਼ੀਨ ਸਾਨੂੰ ਸਮਝਦੇ। ਕਹਿੰਦੇ ਇਹਨਾਂ ਦੇ ਟੁੱਟੀਆਂ ਟਾਇਰਾਂ ਵਾਲੀਆਂ ਚੱਪਲਾਂ ਹੋਣ, ਧੋਤੀ ਹੋਵੇ ਤੇ ਬਲੈਣ ਹੋਵੇ, ਇਸ ਤੋਂ ਬਾਅਦ ਇਹਨਾਂ ਕੋਲ ਕੁਛ ਨਹੀਂ ਚਾਹੀਦਾ। ਇਹ ਦਾਣੇ ਬਣਾ ਕੇ ਸਾਨੂੰ ਵੇਚ ਜਾਣ ਮੰਡੀ 'ਚ, ਉਸ ਤੋਂ ਅੱਗੇ ਕੁਛ ਨਹੀਂ ਇਹਨਾਂ ਦੇ। ਸਿਰਫ ਦੀਵੇ 'ਚ ਉਹਨਾਂ ਤੇਲ ਪਾ ਦਿਓ ਜਿੰਨਾ ਮੱਚਦਾ ਰਵੇ, ਵੱਧ ਨਹੀਂ ਪਾਉਣਾ। ਇਸ ਕਰਕੇ ਸਾਨੂੰ ਇਹ ਬੰਦੇ ਨਹੀਂ ਸਮਝਦੇ ਜੀ।